नाउ जो लेक्चर जिस हम स्टार्ट कर रहे हैं दैट इज योर टाइप ऑफ हार्ड डिस्क ड्राइव्स। हार्ड डिस्क ड्राइव किन्ने टाइप्स ਦੀਆਂ ਹੁੰਦੀਆਂ ਔਰ ਅਗੇਨ ਸੀ ਉਹੀ ਗੱਲ ਕਰੋ ਜਨਰੇਸ਼ਨਸ ਜਿੱਦਾਂ ਜਿੱਦਾਂ ਪ੍ਰੋਸੈਸਰ ਬਦਲਿਆ ਉਹਦਾ ਉਹਦਾ ਡਿਸਪਲੇ ਡਿਵਾਈਸਸ ਬਦਲੇ ਉਹਦਾ ਉਹਦਾ ਸਟੋਰੇਜ ਟਾਈਪ ਬਦਲੇ ਉਹਦਾ ਉਹਦਾ ਤੁਹਾਡੀਆਂ ਹਾਰਡ ਡਿਸਕ ਬਦਲੇ। ਅਗਰ ਅਸੀਂ ਬਾਈਫਿਕੇਟ ਕਰੀਏ ਹਾਰਡ ਡਿਸਕ ਡਰਾਈਵ ਨੂੰ ਤਾਂ ਕਾਫੀ ਪਹਿਲਾਂ ਆਈਡੀਈ ਟਾਈਪ ਦੀ ਹਾਰਡ ਡਿਸਕ ਡਰਾਈਵਸ ਯੂਜ਼ ਹੁੰਦੀਆਂ ਸੀ। ਉਸ ਤੋਂ ਬਾਅਦ ਆ ਗਈਆਂ EIDE, then SATA, SATA, SATA। SATA हार्ड डिस्क ड्राइव्स बहुत पॉपुलर रही हैं और आज भी यूज होती हैं। SATA हार्ड डिस्क ड्राइव्स आज भी यूज होती हैं। then SCSI, 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 SCSI ਹਾਰਡ ਡਿਸਕ ਡਰਾਈਵਸ ਵੀ ਬਹੁਤ ਪਪੂਲਰ ਹੋਈ हैं ਔਰ ਇਹ ਥੋੜੀਆਂ ਹਾਈ ਐਂਡ ਡਰਾਈਵਸ ਹੁੰਦੀਆਂ ਸੀ ਜਿਹੜਾ ਕਿ ਅਸੀਂ ਜਿਹੜੇ ਸਰਵਰ ਕੰਪਿਊਟਰਸ ਹੁੰਦੇ ਸੀ ਉਹਨਾਂ 'ਚ ਯੂਜ਼ ਕਰਦੇ ਸੀ। ਉਸ ਤੋਂ ਬਾਅਦ SAS ਔਰ ਲਾਸਟ ਦੇ ਵਿੱਚ ਅਸੀਂ ਜਿਹੜੀ ਹਾਰਡ ਡਿਸਕ ਡਰਾਈਵ ਯੂਜ਼ ਕਰਦੇ ਹਾਂ दैट इज योर एक्सटर्नल हार्ड डिस्क ड्राइव ਜਿਹੜੀ ਕਿ ਅੱਜਕੱਲ ਬਹੁਤ ਪਪੂਲਰ ਹੈ। ਮੇਰੇ ਕੋਲ ਸ਼ਾਇਦ ਪਈ ਵੀ ਹੋਈ ਹੈ। ਇਫ ਆਈ ਵਿਜ਼ੂਅਲਾਈਜ਼ ਇਟ ਮੇਰੇ ਕੋਲ ਸ਼ਾਇਦ ਡਰਾਅ 'ਚ ਅਵੇਲੇਬਲ ਹੋਵੇ। एक्सटर्नल हार्ड डिस्क ड्राइव ਤਾਂ ਬਹੁਤ ਪਪੂਲਰ ਹੈ। ਤੁਸੀਂ ਪੈਨ ਡਰਾਈਵ ਦੇ ਵਿੱਚ ਬੜਾ ਘੱਟ ਡਾਟਾ ਸਟੋਰ ਹੁੰਦਾ ਹੈ। ਪੈਨ ਡਰਾਈਵ ਦੇ ਵਿੱਚ ਜ਼ਿਆਦਾ ਡਾਟਾ ਸਟੋਰ ਨਹੀਂ ਹੁੰਦਾ। ਉਸ ਪੈਨ ਡਰਾਈਵ ਦੇ ਡਾਟਾ ਦੇ ਕਰਕੇ ਅਸੀਂ ਕੀ ਕਰਦੇ ਹਾਂ ਵੀ ਨਾਰਮਲੀ ਪ੍ਰੈਫਰ एक्सटर्नल हार्ड डिस्क ड्राइव। दिस इज एक्सटर्नल हार्ड डिस्क ड्राइव, दिस वन। अगर तुम मेरी देख पा रहे हो दिस इज एक्सटर्नल हार्ड ड्राइव विद USB कनेक्ट। 1 TB ਦੀ ਹਾਰਡ ਡਿਸਕ ਡਰਾਈਵ ਹੈ। ਪੈਨ ਡਰਾਈਵ ਦੇ ਵਿੱਚ ਤਾਂ ਥੋੜੇ GB ਡਾਟਾ ਸਟੋਰ ਹੁੰਦਾ ਹੈ ਔਰ ਅਗਰ ਤੁਸੀਂ ਜ਼ਿਆਦਾ ਡਾਟਾ ਸਟੋਰ ਕਰਨਾ ਚਾਹੁੰਦੇ ਹੋ ਦੈਨ ਤੁਹਾਡੀਆਂ ਨਾਰਮਲ ਪੈਨ ਡਰਾਈਵਸ ਨਹੀਂ ਕੰਮ ਆਉਂਦੀਆਂ ਦੈਨ ਵੀ ਨੀਡ ਟੂ ਯੂਜ਼ ਦਿਸ एक्सटर्नल हार्ड डिस्क ड्राइव। ਸੋ ਮੈਂ ਫਸਟ ਡਰਾਈਵ ਤੇ ਆ ਰਹੇ ਹਾਂ ਜਿਹੜੀ ਤੁਹਾਡੀ ਅਵੇਲੇਬਲ ਹੈ that is your EIDE, IDE ਦੀ advanced। ID stands for integrated device electronics ਔਰ ID ਨੂੰ ਅਸੀਂ ATA ਵੀ ਕਹਿੰਦੇ ਹਾਂ। ਇਸ ਗੱਲ ਨੂੰ ਥੋੜਾ ਧਿਆਨ ਨਾਲ ਰੱਖਿਓ। ਇਹ ਕੁਝ ਟਰਮਸ ਮੈਂ ਯੂਜ਼ ਕਰ ਰਿਹਾ ਇਸ ਟਰਮਸ ਨੂੰ ਥੋੜਾ ਧਿਆਨ ਨਾਲ ਅੰਡਰਸਟੈਂਡ ਕਰਨਾ। IDE stands for integrated device electronics। ਸ਼ੁਰੂ ਚ ਅਸੀਂ ID ਹਾਰਡ ਡਿਸਕ ਡਰਾਈਵ ਨੂੰ ਯੂਜ਼ ਕਰਦੇ ਸੀ ਔਰ ID ਡਰਾਈਵ ਨੂੰ ਅਸੀਂ ATA ਵੀ ਕਹਿੰਦੇ ਹਾਂ, ਐਡਵਾਂਸ ਟੈਕਨੋਲੋਜੀ ਅਟੈਚਮੈਂਟ। ਓਕੇ, ਹਾਰਡ ਡਿਸਕ ਡਰਾਈਵ ਦੇ ਵਿੱਚ ਕੀ ਹੁੰਦਾ ਹੈ? ਇੱਕ ਤੁਹਾਡਾ ਸਰਕਟ ਹੁੰਦਾ ਹੈ, ਨੀਚੇ ਤੁਹਾਡਾ ਮੀਡੀਆ ਹੁੰਦਾ ਹੈ। ਅਗਰ ਮੈਂ ਹਾਰਡ ਡਿਸਕ ਡਰਾਈਵ ਨੂੰ ਬਾਈਫਿਕੇਟ ਕਰਾਂ, ਉੱਪਰ ਤੁਹਾਡਾ ਸਰਕਟ ਹੁੰਦਾ ਹੈ, ਨੀਚੇ ਤੁਹਾਡਾ ਮੀਡੀਆ ਹੁੰਦਾ ਹੈ। ਮੀਡੀਆ ਦੇ ਵਿੱਚ ਤੁਹਾਡੇ ਪਲੇਟਰ, ਰੀਡ ਰਾਈਟ ਹੈਡ, ਉਸ ਨੂੰ ਅਸੀਂ ਮੀਡੀਆ ਕਹਿੰਦੇ ਹਾਂ। ਉੱਪਰ ਇਹਦੇ ਇੱਕ ਲੌਜਿਕ ਸਰਕਟ ਹੁੰਦਾ, ਸਰਕਟ ਬੋਰਡ ਹੁੰਦਾ ਹਾਰਡ ਡਿਸਕ ਡਰਾਈਵ। ID is a hard drive that integrates the controller with a disk in the transmission of and is the transmission interface of the hard disk। ਤੁਹਾਡੇ ਮੀਡੀਆ ਨੂੰ ਤੁਹਾਡੇ ਸਰਕਟ ਬੋਰਡ ਦੇ ਨਾਲ ਇੰਟੀਗ੍ਰੇਟ ਕਰਦਾ ਹੈ। ਔਰ ID ਦੀ ਜਿਹੜੀ ਸਪੈਸੀਫਿਕੇਸ਼ਨਸ ਹੈ ਜਿੱਦਾਂ ਜਿੱਦਾਂ ਇਹਨਾਂ ਨੇ ਪ੍ਰੋਗਰੈਸ ਕੀਤੀ, ID ਦੀ ਸਪੈਸੀਫਿਕੇਸ਼ਨਸ ਨੇ ਜਿੱਦਾਂ ਜਿੱਦਾਂ ਪ੍ਰੋਗਰੈਸ ਕੀਤੀ, ਇਹ EID ਬਣ ਗਈ। The ID specifications later progressed और ਉਹਦਾ ਨਾਮ ਬਣਿਆ ਗਿਆ EIDE, enhanced IDE, enhanced integrated device electronics। EIDE stands for enhanced integrated device electronics। काफी पॉपुलर हार्ड डिस्क ड्राइव थी IDE and EIDE। IDE is integrated device electronics और EIDE is enhanced integrated device electronics। और EIDE ਨੂੰ ਅਸੀਂ ਕੀ ਕਹਿੰਦੇ ਸੀ? FATA, FATA, fast ATA। ਹੁਣ ਇਹਨਾਂ ਚੀਜ਼ਾਂ ਨੂੰ ਥੋੜਾ ਕੰਫਿਊਜ਼ ਨਾ ਕਰਨਾ, ਮੈਂ ਫੇਰ ਤੁਹਾਨੂੰ ਐਕਸਪਲੇਨ ਕਰਦਾ। ਪਹਿਲਾ ਜੇ ਅਸੀਂ ਹਾਰਡ ਡਿਸਕ ਡਰਾਈਵ ਯੂਜ਼ ਕਰਦੇ ਸੀ ਉਹਦਾ ਨਾਮ ਸੀ IDE। IDE ਨੂੰ ਅਸੀਂ ATA ਵੀ ਕਹਿੰਦੇ ਸੀ।
ID एडवांस होया, EID आ गया, एनहांस्ड इंटीग्रेटेड डिवाइस इलेक्ट्रॉनिक्स, और ਜਿਹੜਾ ATA ਦੀ ਜਗ੍ਹਾ ATA ਨੂੰ ਦੀ ਜਗ੍ਹਾ ਸੀ ਉਹਦੇ ਅੱਗੇ ਆ ਗਿਆ ਫਾਸਟ ATA, ਫਾਸਟ ਐਡਵਾਂਸਡ ਟੈਕਨੋਲੋਜੀ ਅਟੈਚਮੈਂਟ, that is FATA, FATA, FATA। FATA EIDE ਦਾ ਹੀ ਨਾਮ ਹੈ। The speed of, ਅਗਰ ਆਮ ਜਿਹੜੇ ਮੈਂ ਸ਼ੁਰੂ ਚ ਗੱਲ ਕੀਤੀ ਸੀ ਹਾਰਡ ਡਰਾਈਵ ਦੇ ਵਿੱਚ ਅਸੀਂ ਮੇਨ ਚੀਜ਼ ਕੀ ਚੈੱਕ ਕਰਦੇ ਹਾਂ, ਇੱਕ ਤਾਂ ਉਹਦੀ ਸਪੀਡ और दूसरा ये चेक करते हैं दैट ਉਹਦੀ स्टोरेज कैपेसिटी। ਇਹ ਦੋ ਹੀ ਮੇਨ ਫੈਕਟਰਸ ਹੈ। फास्ट हार्ड डिस्क ड्राइव है, अच्छी स्टोरेज कैपेसिटी है, दैट इज ए प्रेफर्ड। प्रोसेसर ਤੁਹਾਡੇ ਐਡਵਾਂਸ ਹੁੰਦੇਗੇ, ਪ੍ਰੋਸੈਸਰ ਦੀ ਸਪੀਡ ਫਾਸਟ ਹੁੰਦੀਗੀ। ਅਗਰ ਮੈਂ 1990 95 ਵਾਲੀ ਹਾਰਡ ਡਿਸਕ ਡਰਾਈਵ ਯੂਜ਼ ਕਰਾਂਗਾ ਨਾ ਤਾਂ ਉਹ ਹਾਰਡ ਡਿਸਕ ਡਰਾਈਵ ਅੱਜਕੱਲ ਯੂਜ਼ ਨਹੀਂ ਹੋਣੀ। ਜਾਂ ਸ਼ਾਇਦ ਤੁਸੀਂ WhatsApp ਤੇ ਕਾਫੀ ਦੇਰ ਤੋਂ ਇੱਕ ਕਾਰਟੂਨ ਟਾਈਪ ਵੀ ਆਉਂਦਾ ਹੁੰਦਾ ਸੀਗਾ, रूम ਦੇ ਸਾਈਜ਼ ਦੀ ਤਾਂ ਨਹੀਂ ਸੀ, ਮਤਲਬ ਨੀਅਰ ਅਬਾਊਟ 10 ਫਿਟ ਉੱਚੀ, 10 ਫਿਟ ਉੱਚੀ ਤੇ 4-5 ਫਿਟ ਚੌੜੀ ਡਿਵਾਈਸ ਸੀਗਾ ਹਾਰਡ ਡਿਸਕ 1967 ਦੇ ਵਿੱਚ। 1967 ਦੇ ਵਿੱਚ 10 ਫੁੱਟ ਉੱਚੀ 4-5 ਫੁੱਟ ਚੌੜੀ ਉਸ ਨੂੰ ਟਰਾਂਸਪੋਰਟ ਕਰਨ ਲਈ ਨਾ, ਉਸ ਹਾਰਡ ਡਿਸਕ ਡਰਾਈਵ ਨੂੰ ਟਰਾਂਸਪੋਰਟ ਕਰਨ ਲਈ 10-15 ਬੰਦੇ ਲੱਗਦੇ ਸੀ, ਟੱਕਾ ਜਾਂਦੀਆਂ ਸੀ। ਉਹ ਕਿੰਨੀ ਦੀ ਕੈਪੈਸਿਟੀ ਸੀ? ਜ਼ਿਆਦਾ 1 MB ਜਾਂ ਕੁਝ KB। ਤੁਹਾਡੇ ਕੋਲ ਨਿੱਕੀ ਜਿਹੀ ਪੈਨ ਡਰਾਈਵ ਹੈ ਜਿਹੜੀ ਤੁਹਾਡੀ 32 GB ਤੱਕ ਚੱਲਦੀ ਹੈ, ਉਦੋਂ 1 MB ਦੀ ਜਾਂ 4 MB ਦੀ ਹਾਰਡ ਡਿਸਕ ਡਰਾਈਵ ਲਈ ਐਡੀ ਵੱਡੀ ਸਾਈਜ਼ ਦੀ ਅਵੇਲੇਬਲ। ਜਦੋਂ ਪ੍ਰੋਸੈਸਰ ਐਨਹਾਂਸ ਹੋਇਆ ਹੈ, ਡਿਸਪਲੇ ਡਿਵਾਈਸਿਸ ਐਨਹਾਂਸ ਹੋਇਆ ਹੈ, ਤਾਂ ਤੁਹਾਡੀ ਹਾਰਡ ਡਿਸਕ ਵੀ ਬਦਲੀ ਹੈ। The speed of hard drive is determined by how fast this connector can send data. Currently ਜਿਹੜੇ ਡਰਾਈਵ ਰੇਟਸ ਹੈ 100 Mbps, 100 Mbps नहीं है, 100 megabytes per second, PS नहीं है, and 133 megabytes per second, 133 megabytes per second इतना डाटा ट्रांसफर होता है। और अगर स्लो होएगा तो कितना टाइम लगेगा। These hard drives are commonly described by the abbreviations ATA, followed by the speed of their connector. ATA 100 का मतलब है 100 मेगाबाइट्स पर सेकंड ट्रांसफर करता है, 133 का मतलब है 133 megabytes per second transfer करता है। Important point about ID and EID is EID and ID they are parallel bus। मैं आगे कुछ और एक डिफरेंट हार्ड डिस्क की गल करांगा, SATA ਦੀ ਗੱਲ ਕਰਾਂਗਾ। SATA is a serial bus। मैं EID ਦੀ ਗੱਲ ਕਰ ਰਿਹਾ, EID is a parallel bus। EID is a parallel bus। EID drive connectors use parallel bus, meaning multiple bits can be transmitted simultaneously। मैं EID ਦੇ ਵਿੱਚ ਕੀ ਗੱਲ ਕੀਤੀ? ਪਹਿਲਾ ID ਇੰਟੀਗ੍ਰੇਟਡ ਡਿਵਾਈਸ ਇਲੈਕਟ੍ਰੋਨਿਕਸ, ਉਹ ਚੇਂਜ ਹੋ ਕੇ EIDE ਬਣ ਗਿਆ, ਐਨਹਾਂਸਡ ਇੰਟੀਗ੍ਰੇਟਡ ਡਿਵਾਈਸ ਇਲੈਕਟ੍ਰੋਨਿਕਸ। ਔਰ ID ਨੂੰ ਅਸੀਂ ATA ਕਹਿੰਦੇ ਸੀ ਔਰ EID ਨੂੰ ਅਸੀਂ ਕਹਿੰਦੇ ਸੀ FATA, ਫਾਟਾ। ਠੀਕ ਹੈ, ਫਾਟਾ ਵੀ ਕਹਿੰਦੇ, ਪਾਟਾ ਵੀ ਕਹਿੰਦੇ, ਕਈ ਨੇਮਸ ਆਉਂਦੇ ਇਹਦੇ। ਠੀਕ ਹੈ, ਫਿਰ ID ਜਿਹੜੇ ਡਿਵਾਈਸ ਕਨੈਕਟਰਸ ਹੈ ਦੇ ਯੂਜ਼ ਪੈਰਲਲ ਬਸ, meaning thereby multiple bits can be transmitted simultaneously। ਹੁਣ ਅੱਗੇ ਮੈਂ ਤੁਹਾਨੂੰ SATA ਦੀ ਗੱਲ ਕਰਾਂਗਾ। ID ਡਿਵਾਈਸਿਸ ਨੂੰ ਅਸੀਂ ਪਾਟਾ ਵੀ ਕਹਿ ਦਿੰਦੇ, ਕਿਉਂ? P for parallel, P for parallel। ID ਡਿਵਾਈਸਿਸ ਪਾਟਾ, ਠੀਕ ਹੈ, ਜਿਹੜੇ EID ਨੂੰ ਅਸੀਂ ਕਹਿ ਦਿੰਦੇ ਫਾਟਾ। ਠੀਕ ਹੈ, ਪੈਰਲਲ ATA, ਇਸ ਕਰਕੇ ਇਹਨਾਂ ਨੂੰ ਪਾਟਾ ਵੀ ਕਿਹਾ ਜਾਂਦਾ। ਇਸ ਗੱਲ ਨੂੰ ਮੇਰੀ ਧਿਆਨ ਨਾਲ ਸਮਝਿਓ that ਕਿਉਂਕਿ ID ਡਿਵਾਈਸਿਸ ਜਿਹੜੇ ਸੀ, ID ਹਾਰਡ ਡਿਸਕ ਜਿਹੜੀ ਸੀ, ਉਹ ਪੈਰਲਲ ਬੱਸ ਨੂੰ ਯੂਜ਼ ਕਰਦੇ ਸੀ, ਪੈਰਲਲੀ ਟ੍ਰਾਂਸਮਿਟ ਕਰਦੇ ਸੀਗੇ, ਇਸ ਕਰਕੇ ਇਹਨਾਂ ਨੂੰ PATA ਕਹਿੰਦੇ, ਪੈਰਲਲ ATA, ਪੈਰਲਲ ATA। ਤੁਸੀਂ ਪਿਛਲੀ ਸਲਾਈਡ ਵੀ ਦੇਖ ਲਓ, ਜਿਹੜੀ ਮੈਂ ਚੀਜ਼ ਤੁਹਾਨੂੰ ਐਕਸਪਲੇਨ ਕੀਤੀ ਸੀ। EID ਨੂੰ ਅਸੀਂ ਫਾਟਾ ਵੀ ਕਹਿਤਾ ਕਿਉਂਕਿ ਫਾਸਟ ਸੀ ਐਸ ਕੰਪੇਅਰ ਟੂ ID। ID ਨੂੰ ਅਸੀਂ ATA ਵੀ ਕਹਿੰਦੇ, ਐਡਵਾਂਸ ਟੈਕਨੋਲੋਜੀ ਅਟੈਚਮੈਂਟ। ਔਰ ID ਨੂੰ
ATA ਦੇ ਨਾਲ PATA ਵੀ ਕਹਿੰਦੇ। PATA means Parallel Advanced Technology Attachment। इस चीज ਨੂੰ, इस एब्रीविएशन ਨੂੰ थोड़ा अंडरस्टैंड करना। मैं जे ਤੁਹਾਨੂੰ एक्सप्लेन करना चाहूँ, मैं ਤੁਹਾਨੂੰ थोड़ा ਜਿਹਾ जस्ट राइट इट डाउन। देखो दिस इज IDE। ID ਨੂੰ ਅਸੀਂ ATA ਕਹਿੰਦੇ ਹਾਂ। ਉਸੇ ID ਨੂੰ ਅਸੀਂ PATA ਵੀ ਕਹਿੰਦੇ ਹਾਂ, ਪੈਰਲਲ। IDE ਨੂੰ ATA ਵੀ ਕਹਿ ਦਿੰਦੇ ਹਾਂ, PATA ਵੀ ਕਹਿ ਦਿੰਦੇ ਹਾਂ, ਕਿਉਂਕਿ IDE ਪੈਰਲਲ ਡਾਟਾ ਟ੍ਰਾਂਸਮਿਟ ਕਰਦੀ। ਸੋ EIDE ਕੀ ਹੈ? ਦਿਸ ਇਜ਼ ਐਨਹਾਂਸਡ IDE, ਉਹਨੂੰ EIDE ਕਹਿੰਦੇ। ਔਰ EIDE ਨੂੰ ਅਗਰ ਅਸੀਂ ਆਮ ਤੌਰ ਤੇ EIDE ਨੂੰ ਇਹਨੂੰ ਪਾਟਾ ਵੀ ਕਹਿ ਦਾਂਗੇ, ਇਹਨੂੰ ਫਾਟਾ ਵੀ ਕਹਿ ਦਾਂਗੇ। ਪਾਟਾ ਵੀ ਕਹਿ ਦਾਂਗੇ, ਇਹਨੂੰ ਫਾਟਾ ਵੀ ਕਹਿ ਦਾਂਗੇ, ਕਿਉਂਕਿ EIDE ਵੀ ਇੱਕ ਪੈਰਲਲ ਡਿਵਾਈਸ ਹੈ। ਉਹ ਪਾਟਾ ਵੀ ਹੈ, ਉਹ ਫਾਟਾ ਵੀ ਹੈ। ਇਟਸ ਅ ਫਾਸਟਰ ਡਿਵਾਈਸ। ਸੋ ਇਸ ਕੰਸੈਪਟ ਨੂੰ ਅੰਡਰਸਟੈਂਡ ਕਰ ਲਿਓ। ATA ਮੈਂ ਕਿਹਨੂੰ ਕਹਿ ਰਿਹਾ? IDE ਨੂੰ। ATA ਵੀ ਕਹਿਣਾ ਹੈ, PATA ਵੀ ਕਹਿਣਾ ਹੈ, सेम नेम है, बिकॉज PA मीन्स पैरेलल ATA। EIDE ਨੂੰ EIDE ID ਕੀ ਹੈ? एनहांस्ड ID। ਇਸ ਨੂੰ ਪਾਟਾ ਵੀ ਕਹਿ ਸਕਦੇ ਹਾਂ, ਇਸ ਨੂੰ ਅਸੀਂ ਫਾਟਾ ਵੀ ਕਹਿ ਸਕਦੇ ਹਾਂ। ਠੀਕ ਹੈ ਜੀ। ਹਾਰਡ ਡਿਸਕ ਡਰਾਈਵ ਕੰਟਰੋਲਰ ਇਜ਼ ਇੰਟੀਗ੍ਰੇਟਡ ਵਿਦ ਦ ਡਰਾਈਵ। ਇਸ ਚੀਜ਼ ਨੂੰ ਜਿਹੜਾ ਧਿਆਨ ਨਾਲ ਨੋਟ ਕਰਿਓ, ਜਿਹੜੇ ATA ਇੰਟਰਫੇਸ ਹੈ ਉਹ 40 ਪਿਨ ਰਿਬਨ ਕੇਬਲ ਨੂੰ ਯੂਜ਼ ਕਰਦੇ ਨੇ। ਮੈਂ ਬਾਰ-ਬਾਰ ਇਹਨਾਂ ਟਰਮਸ ਨੂੰ ਯੂਜ਼ ਕਰਦਾ, ਰਿਬਨ ਕੇਬਲ, ਇਹ ਉਹ। ਹੁਣ ਮੈਂ ਤੁਹਾਨੂੰ ਇੱਥੇ ਐਕਸਪਲੇਨ ਕਰਕੇ ਦਿਖਾਊਂਗਾ ਵੀ, ਅਦਰ ਨੇਮਸ ਫॉर EID ਆਰ EID, ਆਟਾ, ਪਾਟਾ। ਅਸੀਂ ਸਾਰੇ ਇਹਨਾਂ ਦੇ ਨਾਮ। ਔਰ ਜਿਹੜੀ ਤੁਹਾਡੀ ID ਜਾਂ EID ਹਾਰਡ ਡਿਸਕ ਹੈ, ਉਹਦੀ ਬੈਕ ਸਾਈਡ ਤੁਹਾਡੀ ਸਕਰੀਨ ਤੇ ਅਗਰ ਤੁਸੀਂ ਦੇਖੋ, ਧਿਆਨ ਨਾਲ ਦਿਖ ਰਹੀ ਹੈ। ਇਸ ਜਗ੍ਹਾ ਤੇ 40 ਪਿਨ ਦੀ 40 ਪਿਨ ਦੀ ਰਿਬਨ ਕੇਬਲ ਲੱਗੇਗੀ। ਇੱਥੇ SMPS ਤੋਂ ਜਿਹੜੀ ਪਾਵਰ ਕੇਬਲ ਆਏਗੀ, ਕਨੈਕਟਰ ਆਏਗਾ, ਉਹ ਲੱਗੇਗਾ। ਦੈਟ ਇਜ਼ ਵਾਈ ਮੈਂ ਤੁਹਾਨੂੰ ਵੀਡੀਓ ਭੇਜਿਆ ਸੀ ਇਸ ਕਲਾਸ ਲਾਉਣ ਤੋਂ ਪਹਿਲਾਂ। ਉਹ ਇੱਕ ਅਸੈਂਬਲੀ ਦਾ ਵੀਡੀਓ ਸੀ, ਹਿੰਦੀ ਦਾ ਵੀਡੀਓ। ਜੇ ਨਹੀਂ ਵੀ ਦੇਖਿਆ, ਦੁਬਾਰਾ ਇਸ ਵੀਡੀਓ ਨੂੰ ਦੇਖ ਲੈਣਾ। ਉਸ ਦੇ ਵਿੱਚ ਤੁਹਾਨੂੰ ਮਦਰਬੋਰਡ ਨੂੰ ਕਿੱਦਾਂ ਕਨੈਕਟ ਕੀਤਾ ਜਾਂਦਾ ਹੈ, ਦੇਅਰ ਆਫਟਰ ਉਹਦੇ ਵਿੱਚ ਡਿਫਰੈਂਟ ਕਾਰਡਸ ਨੂੰ ਕਿੱਦਾਂ ਕਨੈਕਟ ਕੀਤਾ ਜਾਂਦਾ ਹੈ, ਚਾਹੇ ਉਹ ਵੀਡੀਓ ਕਾਰਡ ਹੈ, ਚਾਹੇ ਉਹ ਸਾਊਂਡ ਕਾਰਡ ਹੈ, ਹਾਰਡ ਡਿਸਕ, CD-ROM, ਫਲੋਪੀ ਡਰਾਈਵ, SMPS ਕਿਸ ਵੇ ਨਾਲ ਕਨੈਕਟ ਕੀਤੀ ਜਾਂਦੀ ਹੈ, ਉਹ ਸਾਰੇ ਦੇ ਸਾਰੇ ਉਸ ਵੀਡੀਓ ਦੇ ਵਿੱਚ ਗਿਵਨ ਹੈ। ਹੁਣ ਅਗਰ ਆ ਤੁਸੀਂ ਸਾਹਮਣੇ ਡਾਇਗਰਾਮ ਦੇਖ ਰਹੇ ਹੋ, ਇਸ ਡਾਇਗਰਾਮ ਦੇ ਵਿੱਚ ਇਸ ਜਗ੍ਹਾ ਤੇ 40 ਪਿਨ ਰਿਬਨ ਲੱਗੇਗਾ, ਇਸ ਜਗ੍ਹਾ ਤੇ ਤੁਹਾਡਾ ਪਾਵਰ ਕਨੈਕਟਰ ਲੱਗੇਗਾ। ਔਰ ਜੰਪਰ ਸੈਟਿੰਗ ਡਿਪੈਂਡ ਕਰਦਾ ਹੈ ਮਦਰਬੋਰਡ ਟੂ ਮਦਰਬੋਰਡ, ਜ਼ਰੂਰੀ ਨਹੀਂ ਕਰਨੀ ਪੈਂਦੀ। ਇਸ ਨੂੰ ਹੋਰ ਬੈਟਰ ਵੇ ਨਾਲ ਮੈਂ ਤੁਹਾਨੂੰ ਐਕਸਪਲੇਨ ਕਰਨ ਲੱਗਾ। ਲੁੱਕ ਐਟ ਦਿਸ ਵਨ ਡਾਇਗਰਾਮਸ। ਮੈਂ ਡਾਇਗਰਾਮ ਦੇ ਵਿੱਚ ਐਕਸਪਲੇਨ ਕਰਦਾ। ਆ ਦੇਖੋ 40 ਪਿਨ ਦਾ ਕਨੈਕਟਰ ਬੈਕ ਸਾਈਡ। ਹੁਣ ਜਿਹੜੀ ਮੈਂ ਤੁਹਾਨੂੰ ਡਾਇਗਰਾਮ ਦਿਖਾ ਰਿਹਾ, ਆ ਸਭ ਤੋਂ ਬਾਟਮ ਤੇ ਆਓ, ਲੁੱਕ ਐਟ ਦਿਸ। ਇਹ ਜਿਹੜੀ ਡਾਇਗਰਾਮ ਹੈ ਨਾ ਵਾਲੀ, ਜਿਸ ਨੂੰ ਮੈਂ ਮਾਰਕ ਕਰ ਰਿਹਾ, ਇਹ ਹਾਰਡ ਡਿਸਕ ਦੀ ਬੈਕ ਸਾਈਡ। ਹਾਰਡ ਡਿਸਕ ਦੀ ਬੈਕ ਸਾਈਡ ਤੇ ਜਾ ਕੇ ਇਸ ਰਿਬਨ ਕੇਬਲ ਨੇ ਕਨੈਕਟ ਹੋਣਾ। ਇਸ ਰਿਬਨ ਕੇਬਲ ਨੇ, ਇਸ ਕੇਬਲ ਦਾ ਮੂੰਹ ਇਦਾਂ ਦਾ ਹੋਏਗਾ, ਇਸ ਕਾइंड ਦਾ ਕੇਬਲ ਦਾ ਮੂੰਹ ਹੋਏਗਾ, ਦਿਸ ਵਨ ਟਾਈਪ। ਲੁੱਕ ਐਟ ਕੇਬਲ ਦਾ ਮੂੰਹ ਇਸ ਟਾਈਪ ਦਾ ਹੋਏਗਾ। ਇਸ ਕੇਬਲ ਨੂੰ ਮੈਂ ਰਿਬਨ ਕੇਬਲ ਕਹਿ ਰਿਹਾ। ਦਿਸ ਇਜ਼ ਰਿਬਨ ਕੇਬਲ, ਦਿਸ ਵਨ। ਇਹ ਹਾਰਡ ਡਿਸਕ ਦੀ ਬੈਕ ਸਾਈਡ ਹੈ। ਇਸ ਜਗ੍ਹਾ ਤੇ ਜਾ ਕੇ ਆ ਰਿਬਨ ਕੇਬਲ, ਜਿਹਦੀ ਸ਼ਕਲ ਇਦਾਂ ਦੀ ਹੈ, ਫੀਮੇਲ ਕਨੈਕਟਰ 40 ਪਿਨ, ਦਿਸ ਇਜ਼ 40 ਪਿਨ ਮੇਲ ਕਨੈਕਟਰ। ਇਸ ਕੇਬਲ ਨੇ ਜਾ ਕੇ ਇੱਥੇ ਅਟੈਚ ਹੋਣਾ। ਉਸ ਤੋਂ ਬਾਅਦ ਇਸ ਕੇਬਲ ਦੀ ਦੂਸਰੀ ਸਾਈਡ ਨੇ ਜਾ ਕੇ ਮਦਰਬੋਰਡ ਤੇ ਇਸ ਕਾइंड ਦਾ 40 ਪਿਨ ਕਨੈਕਟਰ ਹੈ। ਦੁਬਾਰਾ ਮੈਂ ਇਸ ਗੱਲ ਨੂੰ ਐਕਸਪਲੇਨ ਕਰ ਰਿਹਾ। ਜੇ ਤੁਸੀਂ ਥੋੜਾ ਜਿਹਾ ਕਨਫਿਊਜ਼ ਕਰ ਗਏ ਤਾਂ ਆਈ ਵਿਲ ਜਸਟ ਐਕਸਪਲੇਨ ਇਟ ਅਗੇਨ। ਇਹ ਤੁਹਾਡਾ ਮਦਰਬੋਰਡ ਹੈ, ਦਿਸ ਇਜ਼ ਯੂਅਰ ਮਦਰਬੋਰਡ। ਮਦਰਬੋਰਡ ਤੇ 40 ਪਿਨ ID ਕਨੈਕਟਰ ਲੱਗਿਆ ਹੈ, ਆ ਬਲੂ ਕਲਰ ਦਾ, ਦਿਸ ਵਨ। ਓਕੇ,
ਇਹ ਤੁਹਾਡੀ ਹਾਰਡ ਡਿਸਕ ਦੀ ਬੈਕ ਸਾਈਡ ਹੈ। ਦਿਸ ਇਜ਼ ਯੋਰ ਬੈਕ ਸਾਈਡ ਆਫ ਹਾਰਡ ਡਿਸਕ। ਹਾਰਡ ਡਿਸਕ ਦੀ ਬੈਕ ਸਾਈਡ ਤੇ ਵੀ 40 ਪਿਨ ਮੇਲ ਕਨੈਕਟਰ ਲੱਗਿਆ ਹੋਇਆ। ਹੁਣ ਇਹ ਮੇਰੇ ਕੋਲ ਰਿਬਨ ਕੇਬਲ ਹੈ। ਦਿਸ ਇਜ਼ ਰਿਬਨ ਕੇਬਲ। ਇਹ ਕੇਬਲ दोनों साइड तो फीमेल 40 पिन कनेक्टर है। इस केबल ने एक साइड ने जाके मदरबोर्ड ते लग जाना, दूसरी साइड जाके इथे लग जानी। So motherboard is now connected with the hard disk through this ribbon cable। और इस पॉइंट ते पावर पॉइंट है, पावर पॉइंट ते एसएमपीएस तो पावर केबल आके अटैच हुई। This is how hard disk that is being connected with the motherboard। एंड अगर तुम वीडियो ਨੂੰ ਧਿਆਨ ਨਾਲ ਦੇਖੋਗੇ ਉਸ ਵੀਡੀਓ 'ਚ ਵੀ ਇਹ ਸਾਰੀ ਚੀਜ਼ ਪ੍ਰੋਪਰਲੀ ਐਕਸਪਲੇਨ ਕੀਤੀ ਹੈ that ਹਾਰਡ ਡਿਸਕ ਮਦਰਬੋਰਡ ਦੇ ਨਾਲ ਕਿਸ ਵੇ ਨਾਲ ਕਨੈਕਟ ਹੁੰਦੀ। ਔਰ ਹੋਰ ਮੈਂ ਡਾਇਗਰਾਮ ਦੇ ਵਿੱਚ ਅਗਰ ਜ਼ਿਆਦਾ ਬੈਟਰ ਵੇ ਨਾਲ ਐਕਸਪਲੇਨ ਕਰਨਾ ਚਾਹਨਾ, ਲੁੱਕ ਐਟ ਦਿਸ वन। 40 पिन 40 पिन आईडी कनेक्टर केबल इस काइड दी केबल है। मदरबोर्ड ते किथे कनेक्ट होनी है, मदरबोर्ड ते जाके कनेक्ट होनी है। आ देखो ईआईडी कनेक्टर, फ्लॉपी कनेक्टर भी उदा दा ही है, नाल दे फ्लॉपी कनेक्टर भी उदा दा ही है। आ ईआईडी कनेक्टर्स, आ ईआईडी कनेक्टर्स ਨੂੰ थोड़ा होर डिटेल चा दिखाया है इस डायग्राम च। आ वाली डायग्राम च लुक एट दिस डायग्राम। इत्थे ईआईडी कनेक्टर्स ਨੂੰ थोड़ा होर डिटेल च दिखाया है। ਹੁਣ आ देखो ए पावर केबल ते ईआईडी कनेक्टर्स जाके कनेक्ट होंदे पे इन दिस पर्टिकुलर डायग्राम। These diagrams explain that how IDE and EID connectors they are being connected on the motherboard। और किस पॉइंट ते motherboard ते ए कनेक्ट कीते जांदे हैं। Everything is being explained in all these diagrams। वही चीज एक्सप्लेन कीती है। तुसी इसनु ध्यान नाल देख लो किस वे नाल इन्हां नू कनेक्ट कीता गया है। ये भी डायग्राम है, प्रैक्टिकली डेमोस्ट्रेट कर रहे हैं जो एक्चुअल जो कनेक्शन बन जाना है। ਜਦੋਂ कनेक्शन बन जाना है आ देखो ए मदरबोर्ड दे ईआईडी कनेक्टर दे विच कनेक्ट होके आईडी रिबन केबल जाके ਤੁਹਾਡੇ ਹਾਰਡ ਡਿਸਕ ਦੇ ਵਿੱਚ ਜਾ ਕੇ ਕਨੈਕਟ ਹੋਗੀ। ਦੂਸਰੇ ਪੁਆਇੰਟ ਤੇ ਤੁਹਾਡੇ ਐਸਐਮਪੀਐਸ ਤੋਂ ਜਾ ਕੇ ਤੁਹਾਡੀ ਪਾਵਰ ਕੇਬਲ ਆ ਗਈ। ਦਿਸ ਇਜ਼ ਪ੍ਰੈਕਟੀਕਲ ਡੈਮੋਸਟ੍ਰੇਸ਼ਨ ਜੋ ਐਕਚੁਅਲ ਵਿੱਚ ਹੋਣਾ ਹੈ ਹੁੰਦਾ ਹੈ ਦਿਸ ਵੇ। ਇਹ ਪੁਆਇੰਟ ਇਹ ਤੁਹਾਡਾ ਮਦਰਬੋਰਡ ਹੈ। ਮਦਰਬੋਰਡ ਤੇ ਇੱਥੇ ਤੁਹਾਡਾ ਈਆਈਡੀ ਕਨੈਕਟਰ ਹੈ। ਈਆਈਡੀ ਕਨੈਕਟਰ ਤੇ ਇੱਕ ਕੇਬਲ ਰਿਬਨ ਕੇਬਲ ਲੱਗੀ ਹੈ। दूसरा इधर जाके ਇਹ ਹਾਰਡ ਡਿਸਕ ਹੈ। ਹਾਰਡ ਡਿਸਕ ਦੇ ਵਿੱਚ ਇੱਕ ਤਾਂ ਰਿਬਨ ਕੇਬਲ ਲੱਗੇਗੀ ਤੇ ਦੂਸਰੀ ਤੁਹਾਡੀ ਪਾਵਰ ਕੇਬਲ ਲੱਗੇਗੀ ਜਿਹੜੀ ਐਸਐਮਪੀਐਸ ਤੋਂ ਆਏਗੀ। ਹੁਣ ਇੱਥੇ ਇੱਕ ਕੁਐਸਚਨ ਹੋਰ ਆਇਆ ਹੈ that along with this ਇੱਕ ਹੋਰ ਕਨੈਕਟਰ ਅਵੇਲੇਬਲ ਹੈ। ਅਸੀਂ ਦੂਸਰੀ ਹਾਰਡ ਡਿਸਕ ਵੀ ਅਟੈਚ ਕਰ ਸਕਦੇ ਹਾਂ। ਇਸੇ ਰਿਬਨ ਕੇਬਲ ਦੇ ਥਰੂ, ਜ਼ਰੂਰੀ ਨਹੀਂ ਸਿੰਗਲ ਹਾਰਡ ਡਿਸਕ ਅਟੈਚ ਕਰਨੀ ਹੈ। ਇਸ ਰਿਬਨ ਕੇਬਲ ਦੇ ਥਰੂ ਅਸੀਂ ਹੋਰ ਹਾਰਡ ਡਿਸਕ ਵੀ ਅਟੈਚ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਪਾਵਰ ਪੁਆਇੰਟਸ ਅਵੇਲੇਬਲ ਹੈ। पावर कनेक्टर से ਸਾਡੇ ਕੋਲ ਕਾਫੀ ਖਾਲੀ ਹੈ। दूसरी हार्ड डिस्क या दूसरी फ्लॉपी डिस्क भी ਇਹਦੇ ਨਾਲ ਅਟੈਚ ਕੀਤੀ ਜਾਂਦੀ ਹੈ। ਇਸ ਕੇਬਲ ਦੇ ਥਰੂ ਅਸੀਂ CD ROM ਵੀ ਅਟੈਚ ਕਰ ਸਕਦੇ ਹਾਂ ਕਿਉਂਕਿ CD ROM ਦਾ ਵੀ ਕਨੈਕਸ਼ਨ ਪੁਆਇੰਟ ਲਗਭਗ ਸਿਮਿਲਰ ਹੈ। ਇਹੀ ਰਿਬਨ ਕੇਬਲ ਜਾਏਗੀ, ਉਦਾਂ ਹੀ ਪਾਵਰ ਕੇਬਲ ਆਏਗੀ। ਸੋ ਮਲਟੀਪਲ ਡਿਵਾਈਸਿਸ ਅਸੀਂ ਇਹਦੇ ਥਰੂ ਕਨੈਕਟ ਕਰ ਸਕਦੇ ਹਾਂ। ਉਹੀ ਚੀਜ਼ ਇਸ ਡਾਇਗਰਾਮ ਦੇ ਵਿੱਚ ਤੁਹਾਨੂੰ ਡੈਮੋਸਟ੍ਰੇਟ ਕੀਤੀ ਗਈ ਹੈ। Look at all these diagrams। ਇਹਨਾਂ ਡਾਇਗਰਾਮ ਦੇ ਵਿੱਚ ਇਹੀ ਸਾਰੀ ਚੀਜ਼ਾਂ ਤੁਹਾਨੂੰ ਐਕਸਪਲੇਨ ਕੀਤੀਆਂ ਗਈਆਂ। ਵਿਜ਼ੂਅਲਾਈਜ਼ them ਕਿਸ ਵੇ ਨਾਲ ਕਨੈਕਸ਼ਨਸ ਕੀਤੇ ਗਏ ਔਰ ਇਹ ਤੁਹਾਡਾ ਫਾਈਨਲ ਜਿਸ ਵੇ ਨਾਲ ਦਿਖੇਗਾ। This is for IDE and EIDE connector।
EID added some enhancements to ID की ऐड की थी ID पहला यूज ਹੁੰਦਾ ਸੀ ਫਿਰ EID ਆ ਗਿਆ ਸਭ ਤੋਂ ਪਹਿਲਾਂ EID ਕਨੈਕਟਰ ਦੀ ਕੈਪੈਸਿਟੀ ਜ਼ਿਆਦਾ ਸੀ ID ਦੇ ਵਿੱਚ ਕੱਲੀ ਹਾਰਡ ਡਿਸਕ ਨੂੰ ਸਪੋਰਟ ਕੀਤੀ ਜਾਂਦੀ ਸੀ EID ਦੇ ਵਿੱਚ ਅਸੀਂ CD ROM ਵੀ ਨਾਲ ਅਟੈਚ ਕਰਦੇ ਸੀ ਫਲੋਪੀ ਡਰਾਈਵ ਵੀ ਅਟੈਚ ਕਰਦੇ ਸੀ then ID ਦੇ ਵਿੱਚ ਕੀ ਆ ਗਿਆ ਸਪੋਰਟ ਫॉर ਅਪ ਟੂ 4 ਹਾਰਡ ਡਿਸਕ ਡਰਾਈਵ ਚਾਰ ਇੱਕ ਕੰਪਿਊਟਰ ਦੇ ਵਿੱਚ ਇੱਕ ਹਾਰਡ ਡਿਸਕ ਡਰਾਈਵ ਨਹੀਂ ਹੁੰਦੀ ਮੇਰੇ ਕੋ ਆਪਣੇ ਘਰ ਹੀ ਕੰਪਿਊਟਰ ਪਿਆ ਇਹਦੇ ਵਿੱਚ ਮੈਂ ਦੋ ਹਾਰਡ ਡਿਸਕ ਡਰਾਈਵ ਲਗਾਈਆਂ ਹੋਈਆਂ ਕਈਆਂ ਨੇ ਤਿੰਨ ਹਾਰਡ ਡਿਸਕ ਡਰਾਈਵ ਲਗਾਈਆਂ ਮੈਂ ਜਿਸ ਲੈਪਟਾਪ ਤੇ ਤੁਹਾਡੇ ਨਾਲ ਕੰਮ ਕਰ ਰਹੇ ਗੱਲ ਕਰ ਰਹੇ ਹਾਂ ਜਾਂ ਤੁਹਾਡੇ ਨਾਲ ਇਸ ਟਾਈਮ ਪ੍ਰੈਜੈਂਟੇਸ਼ਨ ਮੇਰੀ ਚੱਲ ਰਹੀ ਮੇਰੇ ਕੋ ਐਕਚੁਅਲੀ ਦੋ ਹਾਰਡ ਡਿਸਕ ਡਰਾਈਵ ਹੈ ਡਿਪੈਂਡ ਕਰਦਾ ਤੁਹਾਡੀ ਰਿਕੁਆਇਰਮੈਂਟ ਤੇ ਅਗਰ ਤੁਹਾਡਾ ਕਨੈਕਟਰ ਜਾਂ ਤੁਹਾਡਾ ਮਦਰਬੋਰਡ ਸਪੋਰਟ ਹੀ ਨਹੀਂ ਕਰੇਗਾ then that is not for you so ਸਾਨੂੰ ਹਾਰਡ ਡਿਸਕ ਡਰਾਈਵਸ ਉਹ ਮਦਰਬੋਰਡ ਦੇ ਵਿੱਚ ਉਹ ਸਪੋਰਟ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਤੁਹਾਡੇ ਹਾਈ ਪਾਵਰਡ ਕੰਪਿਊਟਰਸ ਹੁੰਦੇ ਉਹਨਾਂ 'ਚ 2 3 4 ਹਾਰਡ ਡਿਸਕ ਅਵੇਲੇਬਲ ਹੁੰਦੀਆਂ so EID provides support up to 4 hard disk drives at ATA ID and EID are used today to describe all ATA devices ATA ID EID लगभग सेम चीज है ठीक है ਹੋਰ ਇਸ ਦੇ ਕੰਟੈਕਸਟ ਦੇ ਵਿੱਚ ਕੀ EID ਦੇ ਕੰਟੈਕਸਟ ਦੇ ਵਿੱਚ ਹੈ EID ਡਰਾਈਵ ਕਨੈਕਟ ਟੂ ਦਾ ਕੰਪਿਊਟਰ ਵਾਇਆ 40 ਪਿਨ ਕੇਬਲ ਐਂਡ ਦਾ ਕੰਟਰੋਲ ਇਹ ਚੀਜ਼ ਮੈਂ ਤੁਹਾਨੂੰ ਹੁਣੇ ਡਾਇਗਰਾਮ ਦੇ ਵਿੱਚ ਡੈਮੋਸਟ੍ਰੇਟ ਕੀਤੀ ਸੀ the controller acts as an intermediate between hard drive and external data bus controller ਹੀ intermediate ਦਾ ਕੰਮ ਕਰਦਾ ਹੈ ਹੁਣ when the BIOS talks to hard drive BIOS ਕੀ ਹੈ ਸਾਡੇ ਕੋਲ ਚੈਪਟਰ BIOS ਤੇ ਆਣਾ ਹੈ लेकिन मैं BIOS की तुहानू डेफिनेशन दसदा बेसिक इनपुट आउटपुट सिस्टम BIOS इज बेसिक इनपुट आउटपुट सिस्टम और तुहाडा कंप्यूटर दे विच जिहड़ा सेटअप स्टोर किया जाता है ये सारा तुहाडा BIOS दे विच स्टोर किया जाता है आई कवर इट कंप्लीटली इन ए कंप्लीट चैप्टर एक चैप्टर कवर करांगा लेकिन तुहाडे कंप्यूटर का सारा सेटअप किसने केड़ी ड्राइव ने जो कंप्यूटर ऑन होना है ऑपरेटिंग सिस्टम किस ड्राइव च है कितना लोड होना है दैट पूरा प्रोसेस वो सब कुछ बायोस ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਯੂ ਕੈਨ ਸੇ ਸਿਸਟਮ ਦੀ ਰੋਮ ਬਾਇਓਸ ਹੀ ਹੈ ਜਿਹੜੀ ਪਰਮਨੈਂਟਲੀ ਸਟੋਰ ਹੁੰਦੀ ਹੈ ਜਿਹੜੀ ਮੈਨੂਫੈਕਚਰਰ ਦੁਆਰਾ ਸਪਲਾਈ ਕੀਤੀ ਜਾਂਦੀ ਹੈ ਉਹ ਬਾਇਓਸ ਹੀ when the BIOS talks to hard drive it talks to the circuit on board the hard drive ਉਹਦੇ ਜਿਹੜੇ ਸਰਕਟ ਨਾਲ ਗੱਲ ਕਰਦੀ ਹੈ ਔਰ ਨਾਰਮਲੀ ਜਿੰਨੇ ਵੀ ਪੀਸੀਜ਼ ਹੈ ਕੰਪਿਊਟਰਸ ਹੈ ਉਹ ਆਮ ਤੌਰ ਤੇ ਕਿੰਨੇ ਪ੍ਰੋਵਾਈਡ ਕਰਦੇ ਉਹ ਦੋ EID ਕੰਟਰੋਲਰ ਕਈ ਚਾਰ ਵੀ ਕਰ ਦਿੰਦੇ ਜੇ ਅਗਲੇ ਦੋ EID ਕੰਟਰੋਲਰ ਪ੍ਰੋਵਾਈਡ ਕਰਦੇ ਆ ਤਾਂ ਅਸੀਂ ਉਹ ਕੇਬਲ ਯੂਜ਼ ਕਰਕੇ ਚਾਰ ਹਾਰਡ ਡਿਸਕ ਉਹਨਾਂ ਕਨੈਕਟ ਕਰ ਸਕਦੇ ਇੱਕ ਕੇਬਲ ਤੇ ਦੋ ਹਾਰਡ ਡਿਸਕ ਕਨੈਕਟ ਹੋ ਜਾਂਦੀਆਂ ਦੋ ਕੰਟਰੋਲਰ ਹੈ ਤਾਂ ਕੇਬਲ ਦੇ ਵਿੱਚ ਦੋ ਕਨੈਕਸ਼ਨਸ ਹੈ ਅਸੀਂ ਚਾਰ ਹਾਰਡ ਡਿਸਕ ਨਾਲ ਕਨੈਕਟ ਕਰ ਸਕਦੇ ਸੋ ਦਿਸ ਇਜ਼ ਯੂਅਰ ID ਐਂਡ EID ਡਰਾਈਵਸ ਜਿਹੜੇ ਅਸੀਂ ਨਾਰਮਲੀ ਯੂਜ਼ ਕਰਦੇ ਸੈਕੰਡ ਕਾਈਂਡ ਆਫ ਹਾਰਡ ਡਿਸਕ ਡਰਾਈਵ ਜਿਹੜੀ ਬਹੁਤ ਯੂਜ਼ ਹੁੰਦੀ ਹੈ ਜਿਹੜੀ ਅੱਜ ਵੀ ਯੂਜ਼ ਹੁੰਦੀ ਹੈ that is SATA SATA stands for serial EID ਤੇ ID ਨੂੰ ਅਸੀਂ ਪਾਟਾ ਕਹਿੰਦੇ ਸੀ parallel SATA is serial advanced technology attachment that is be called as SATA ਇਹਨਾਂ ਦੀ ਐਬਰੀਵੇਸ਼ਨਸ ਨੂੰ ਅੱਛੀ ਤਰ੍ਹਾਂ ਯਾਦ ਕਰ ਲੈਣਾ ਕਿਉਂਕਿ ਇੱਥੇ ਕੁਐਸਚਨ ਆਣਾ ਹੈ ਹਾਰਡ ਡਿਸਕ ਡਰਾਈਵਸ ਤੇ ਕੁਐਸਚਨ ਆਂਦਾ ਹੈ ਕੰਸਟਰਕਸ਼ਨ ਐਂਡ ਵਰਕਿੰਗ ਆਫ ਹਾਰਡ ਡਿਸਕ ਡਰਾਈਵ ਸੈਕੰਡ ਕੁਐਸਚਨ ਆਣਾ what are different kind of hard disk drive ਜਿਹਦੇ ਚ EID ਆਣਾ ਹੈ SATA ਆਣਾ ਹੈ then SCSI ਆਏਗਾ external hard disk drive ਆਏਗਾ ਇਹ ਸਾਰੀਆਂ ਹਾਰਡ ਡਿਸਕ ਡਰਾਈਵ ਜਿਹੜੀਆਂ ਹੈ ਤੁਹਾਨੂੰ ਉਹਦੇ ਵਿੱਚ ਆਣੀ ਹੈ ਬੜਾ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਹੁਣ ਮੈਂ ਤੁਹਾਨੂੰ ਕਵਰ ਅਪ ਕਰ ਰਿਹਾ SATA stands for Serial Advanced Technology Attachment. SATA disk drives are current standard and use a serial interface to transfer data. ਜਿਹੜਾ ਤੁਹਾਡਾ EID ਹੈ they use a parallel interface ਜਦਕਿ SATA uses a serial interface. SATA is a better hard disk drive as compared to your ਜਿਹੜੀ ਤੁਹਾਡੀ PATA ਨਾਲੋਂ better ਹੈ SATA ਕਿਉਂ ਹੈ
ਹੁਣ ਐਕਸਪਲੇਨ ਕਰ using a fast clock rate, sending one bit is faster than sending several with a slower clock as with ID. SATA ਦਾ clock rate ਬਹੁਤ fast ਹੈ। ਅਗਰ ਜਿਹੜਾ ਕੰਮ ਜਿਹੜਾ ਪਾਟਾ 8 ਬਿਟ ਸੈਂਡ ਕਰਨ ਲਈ ਇੱਕ ਕਲੋਕ ਨਾਲ ਕਰਦੀ ਸੀ, ਉਹ ਕਲੋਕ ਰੇਟ SATA 'ਚ ਉਸ ਤੋਂ ਬਹੁਤ ਫਾਸਟ ਹੈ। ਉਸ ਤੋਂ ਕਾਫੀ ਘੱਟ ਟਾਈਮ ਵਿੱਚ ਉਹਦੇ ਨਾਲੋਂ ਜ਼ਿਆਦਾ ਬਿਟ ਟ੍ਰਾਂਸਮਿਟ ਕਰਦੇ। ਪਰ SATA ਦੇ ਵਿੱਚ ਡਾਟਾ ਟਰੈਵਲਸ ਅਲੋਂਗ ਅ ਸਿੰਗਲ ਵਾਇਰ। ਜਦੋਂ ਮਲਟੀਪਲ ਵਾਇਰ 'ਚ ਡਾਟਾ ਜਾਂਦਾ ਹੈ ਤਾਂ ਕੋਈ ਨਾ ਕੋਈ ਇੰਟਰਫੇਸ ਆਉਂਦਾ, ਕੋਈ ਨਾ ਕੋਈ ਇੰਟਰਫੇਰੈਂਸ ਹੁੰਦੀ ਹੈ। SATA ਦੇ ਵਿੱਚ ਇੱਕੋ ਹੀ ਵਾਇਰ ਜਾਂਦੀ ਹੈ। ਅਗਰ ਤੁਸੀਂ ਰਿਬਨ ਕੇਬਲ ਦੇਖੀਏ, ਰਿਬਨ ਕੇਬਲ 'ਚ ਮਲਟੀਪਲ ਵਾਇਰਸ ਹੈ। ਲੁੱਕ ਐਟ ਦਿਸ ਰਿਬਨ ਕੇਬਲ। ਰਿਬਨ ਕੇਬਲ ਬੇਸਿਕਲੀ ਕੇਬਲ ਕੀ ਹੈ, ਮਲਟੀਪਲ ਵਾਇਰਸ ਨੂੰ ਕਨੈਕਟ ਕੀਤਾ ਹੈ। ਲੇਕਿਨ SATA ਇੱਕ ਸਿੰਗਲ ਵਾਇਰ ਹੈ, ਉਹਦੇ ਕਰਕੇ ਕੋਈ ਐਕਸਟਰਨਲ ਇੰਟਰਫੇਰੈਂਸ ਨਹੀਂ ਹੁੰਦਾ। With SATA, one path is used for sending and other is used for receiving. ਜਦ ਕਿ ਪਾਟਾ ਦੇ ਵਿੱਚ ਇੱਕ ਪਾਥ ਦੇ ਵਿੱਚ ਉੱਥੋਂ ਹੀ ਡਾਟਾ ਸੈਂਡਿੰਗ ਹੁੰਦੀ ਸੀ, ਉੱਥੇ ਰਿਸੀਵਿੰਗ। ਇਹ ਪੁਆਇੰਟ ਥੋੜਾ ਕਨਫਿਊਜ਼ਿੰਗ ਹੈ, ਮੈਂ ਇਹਨੂੰ ਹੋਰ ਡਿਟੇਲ 'ਚ ਐਕਸਪਲੇਨ ਕਰਦਾ। SATA ਦੇ ਵਿੱਚ ਕੀ ਹੈ, ਠੀਕ ਹੈ, ਇੱਕ ਪਾਥ ਸੈਂਡਿੰਗ ਲਈ, ਇੱਕ ਪਾਥ ਰਿਸੀਵਿੰਗ। ਜਦ ਕਿ ਪਾਟਾ ਦੇ ਵਿੱਚ ਮੰਨ ਲਓ 8 ਕੇਬਲਸ ਅਟੈਚ ਕਰਕੇ ਅਸੀਂ ਇੱਕ ਰਿਬਨ ਬਣਾਇਆ, ਤਾਂ ਜੇ 8 ਲਾਈਨਸ ਹੈ ਡਾਟਾ ਟ੍ਰਾਂਸਮਿਸ਼ਨ ਲਈ, 8 ਹੀ ਲਾਈਨਸ ਡਾਟਾ ਰਿਸੀਵ ਲਈ। ਉਸੇ ਲਾਈਨ ਤੇ ਡਾਟਾ ਜਾਂਦਾ ਸੀ, ਉਸੇ ਲਾਈਨ ਤੇ ਡਾਟਾ ਵਾਪਸ ਆਉਂਦਾ ਸੀ। That is why PATA PATA was a bit slow as compared to SATA. SATA is an interface that connects various storage devices such as hard disks, optical drives, SSDs. आज 2020, I'm talking about 2020. 2020 ਦੇ ਵਿੱਚ ਇੱਕ ਬੜੀ ਲੇਟੈਸਟ ਹਾਰਡ ਡਿਸਕ ਚੱਲਦੀ ਪਈ, ਉਸਨੂੰ ਅਸੀਂ SSD ਡਰਾਈਵ ਕਹਿੰਦੇ। ਮੈਂ ਉਹਨੂੰ ਕਵਰ ਕਰਾਂਗਾ, ਸਿਲੇਬਸ ਨਹੀਂ ਹੈ, ਫਿਰ ਵੀ ਮੈਂ SSD ਨੂੰ ਵੀ ਕਵਰ ਕਰਾਂਗਾ। SSD is the latest standard in hard disk drive. और SATA ਉਹਨੂੰ ਸਪੋਰਟ ਕਰਦਾ, EIDA ਨੂੰ ਸਪੋਰਟ ਨਹੀਂ ਕਰਦਾ। SATA was introduced in year 2000 to replace long-standing PATA. SATA has several advantages over PATA, including superior cabling, connectors, higher bandwidth, and greater reliability. और देखो SATA हार्ड डिस्क दिखाई हुई है, एक पावर केबल है ਤੇ ਇਹਦੀ ਜਿਹੜੀ ਡਾਟਾ ਕੇਬਲ ਹੈ ਸਿੰਗਲ ਹੈ। ਮੈਂ ਤੁਹਾਨੂੰ ਸ਼ਾਇਦ ਹੋਰ ਡਾਇਗਰਾਮ ਦਿਖਾਣਾ ਇੱਕ, ਲੁੱਕ ਇਹ ਦੇਖੋ, ਇਹ ਜਿਹੜੀ ਇਹ ਹੈਗੀ ਜਿਹੜੀ ਉਹ ਰਿਬਨ ਦੀ ਜਗ੍ਹਾ ਇੱਕ ਸਿੰਗਲ ਕੇਬਲ ਜਾ ਰਹੀ ਹੈ। ਲੁੱਕ ਐਟ ਦਿਸ, SATA ਦੇ ਵਿੱਚ ਉਸ ਰਿਬਨ ਦੀ ਜਗ੍ਹਾ ਇੱਕ ਸਿੰਗਲ ਕੇਬਲ ਜਾ ਰਹੀ ਹੈ ਤੇ ਦੂਸਰੀ ਪਾਵਰ ਕੇਬਲ ਪਤਲੀ ਹੋ ਗਈ, ਕੇਬਲ ਸਲੀਕ ਹੋ ਗਈ। ਔਰ ਅੱਜ ਦੀ ਡੇਟ ਦੇ ਵਿੱਚ ਇਹੀ ਕੇਬਲਸ ਯੂਜ਼ ਹੁੰਦੀਆਂ SATA ਦੇ ਵਿੱਚ। ਹੁਣ ਕੁਝ ਡਿਫਰੈਂਸਸ ਵੀ ਹੈ SATA ਦੇ ਵਿੱਚ ਤੇ PATA ਦੇ ਵਿੱਚ, ਦੋਨਾਂ ਡਿਫਰੈਂਸਸ ਹੈ। ਉਹੀ ਚੀਜ਼ ਲਿਖੀ ਹੈ, ਸੀਰੀਅਲ ਮੋਡ ਦੇ ਵਿੱਚ ਡਾਟਾ ਇਜ਼ ਟ੍ਰਾਂਸਫਰਡ ਬਿਟ ਬਾਈ ਬਿਟ, ਪੈਰਲਲ ਮੋਡ ਵਿੱਚ ਡਾਟਾ ਪੈਰਲਲੀ ਟ੍ਰਾਂਸਫਰ ਹੁੰਦਾ ਹੈ। ਹੁਣ ਮੈਂ ਐਡਵਾਂਟੇजेस ਐਂਡ ਡਿਸਐਡਵਾਂਟੇजेस ਦੀ ਗੱਲ ਕਰਾਂਗਾ ਦੋਨਾਂ ਦੇ। SATA ਦੇ ਕੀ ਹੈ, SATA ਦੇ ਐਡਵਾਂਟੇजेस ਕੀ ਹੈ, faster data transfer rate as compared to PATA। पहला पॉइंट, SATA केबल कैन बी अप टू लेंथ 1 मीटर, लेकिन PATA केबल बहुत छोटी लेंथ की अवेलेबल। SATA की लेंथ बहुत लंबी भी हो सकती। SATA की केबल छोटी है। थर्ड पॉइंट देखो, SATA cables are small in size. Since they are small in size, they take up less space inside the computer. घट स्पेस लेंदी हैं, ज़्यादा हवा आएगी, ज़्यादा हीट डेसिबेशन होएगी, कंप्यूटर बहुत गर्म नहीं होएगा। जबकि PATA केबल्स बड़ियां ज़्यादा जगह लेंदियां सी, ਉਹਨਾਂ ਕਰਕੇ ਹੀਟ ਜਲਦੀ ਬਾਹਰ ਨਹੀਂ ਨਿਕਲਦੀ ਸੀ, 에ਅਰ ਫਲੋ ਪੂਰਾ ਨਹੀਂ ਹੁੰਦਾ। Since they are smaller in size, they take up less space inside the computer and increases the internal airflow. ज़्यादा increased airflow can decrease heat build-up and therefore increases the overall life of the computer. ਜਿਹੜੀਆਂ PATA ਕੇਬਲ ਸੀ ਵੱਡੇ ਸਾਈਜ਼ ਦੀਆਂ ਸੀ, ਕਾਫੀ ਕੇਬਲਸ ਤੁਹਾਡੇ ਕੰਪਿਊਟਰ ਦੇ ਅੰਦਰ ਲੱਗ ਗਈਆਂ ਸੀ, ਉਹ ਸਪੇਸ ਕੰਜ਼ਿਊਮ ਕਰਦੀਆਂ ਸੀ, ਉਹਦੇ ਕਰਕੇ ਜਿਹੜੀ ਹੀਟ ਹੈ ਉਹ ਜਲਦੀ ਬਾਹਰ ਨਹੀਂ ਜਾਂਦੀ ਸੀ।
जबकि ਤੁਹਾਡੀਆਂ ਜਿਹੜੀਆਂ SATA ਕੇਬਲਸ ਹੈ ਛੋਟੀਆਂ, ਅੱਛਾ 에ਅਰ ਫਲੋ ਹੈ, ਹੀਟ ਜਲਦੀ ਬਾਹਰ ਜਾ ਜਾਂਦੀ ਹੈ, ਉਹਦੇ ਕਰਕੇ ਕੰਪਿਊਟਰ ਦੀ ਲਾਈਫ ਬੈਟਰ ਹੈ। Most modern computers nowadays use SATA than PATA cables or SATA cables low power consumption. Advantages है SATA ਦੇ ਤਾਂ disadvantages ਵੀ ਹੈ। ਸਭ ਤੋਂ ਵੱਡਾ disadvantage ਲਾਸਟ ਵਾਲਾ ਦੇਖੋ, SATA is costlier as compared to PATA. Costly ਹੁੰਦੀ hard disk. First point, special device drivers are required sometimes to recognize and use this drive. ਆਮ ਤੌਰ ਤੇ ਹਾਰਡ ਡਿਸਕ ਨੂੰ ਰੈਕੋਗਨਾਈਜ਼ ਕਰਨ ਲਈ ਕੰਪਿਊਟਰ ਦੇ ਵਿੱਚ ਕੋਈ ਸਾਨੂੰ ਡਿਵਾਈਸ ਡਰਾਈਵਰਸ ਨਹੀਂ ਚਾਹੀਦੇ, ਲੇਕਿਨ SATA ਦੇ ਵਿੱਚ ਇੱਕ ਲਿਮਿਟੇਸ਼ਨ ਹੈ ਤੇ ਜਿਹੜੇ SATA ਹਾਰਡ ਡਿਸਕ ਡਰਾਈਵਸ ਹੈ ਉਹਨਾਂ ਨੂੰ ਰੈਕੋਗਨਾਈਜ਼ ਕਰਨ ਲਈ ਸਪੈਸ਼ਲ ਡਰਾਈਵਰ ਚਾਹੀਦੇ। ਬਟ ਸਮਟਾਈਮਸ ਇਹ SATA ਕੈਨ ਬਿਹੇਵ ਐਜ਼ ਅ PATA। ਕਈ ਵਾਰੀ SATA PATA ਦੀ ਤਰ੍ਹਾਂ ਬਿਹੇਵ ਕਰਦਾ ਹੈ, ਉਹਦੇ ਕਰਕੇ ਸਾਨੂੰ ਐਕਸਟਰਾ ਸਪੈਸ਼ਲ ਡਰਾਈਵਰਸ ਦੀ ਲੋੜ ਨਹੀਂ ਪੈਂਦੀ। दूसरा डिसएडवांटेज ਕੀ ਹੈ, ਤੁਸੀਂ PATA ਪਾਟਾ ਕੇਬਲ ਦੇਖੀ ਹੋਣੀ ਹੈ, ਇੱਕ ਕੇਬਲ ਨਾਲ ਦੋ ਹਾਰਡ ਡਿਸਕ ਸਪੋਰਟ ਕਰਦੇ ਹੈ, ਜਦਕਿ SATA ਕੇਬਲ ਸਪੋਰਟ ਓਨਲੀ one hard drive to connect at a time, whereas PATA cable can allow up to 2 PATA drives per cable. So अगर SATA ਦੇ advantages ਹੈ ਤਾਂ SATA ਦੇ disadvantages ਵੀ ਹੈ, और advantages ਕਾਫੀ ਮੇਜਰ ਹੈ ਤੇ disadvantages ਵੀ ਕਾਫੀ ਮੇਜਰ ਹੈ। ਅਸੀਂ ਜਦੋਂ ਪਹਿਲਾਂ ਪਾਟਾ ਕੇਬਲਸ ਯੂਜ਼ ਕਰਦੇ ਸੀ, ਇੱਕ ਡਰਾਈਵ ਦੇ ਨਾਲ, ਇੱਕ ਕੇਬਲ ਦੇ ਨਾਲ ਦੋ ਹਾਰਡ ਡਿਸਕ ਚਲਾ ਲੈਂਦੇ ਸੀ। ਹਾਰਡ ਡਿਸਕ ਨਾਲ ਅਸੀਂ CD ROM ਚਲਾ ਲਈ ਜਾਂ ਫਲੋਪੀ ਡਰਾਈਵ ਚਲਾ ਲਈ, ਲੇਕਿਨ SATA ਦੇ ਵਿੱਚ ਇੱਕੋ ਕੇਬਲ ਨਾਲ ਤੁਹਾਨੂੰ ਜ਼ਿਆਦਾ ਕੰਟਰੋਲਰ ਚਾਹੀਦੇ ਹੋਗੇ। ਅਗਰ ਜ਼ਿਆਦਾ ਤੁਹਾਨੂੰ ਹਾਰਡ ਡਿਸਕ ਕਨੈਕਟ ਕਰਨੀ ਹੈ ਜਾਂ ਜ਼ਿਆਦਾ CD ROM ਕਨੈਕਟ ਕਰਨੀ ਹੈ, ਦੈਟ ਮੀਨਸ ਯੂ ਨੀਡ ਮੋਰ ਕੰਟਰੋਲਰ ਔਨ ਦਾ ਮਦਰਬੋਰਡ। ਮਦਰਬੋਰਡ ਤੇ ਜ਼ਿਆਦਾ ਪ੍ਰੈਸ਼ਰ, ਠੀਕ ਹੈ ਜੀ। ਸੋ ਵਿਦ ਦਿਸ ਮੈਂ ਤੁਹਾਨੂੰ ਅੱਜ ਦੇ ਲੈਕਚਰ 'ਚ ਕੀ ਕੰਪਲੀਟ ਕੀਤਾ ਹੈ, ਦੋ ਚੀਜ਼ਾਂ ਕੰਪਲੀਟ ਕੀਤੀਆਂ। ਹਾਰਡ ਡਿਸਕ ਦੇ ਵਿੱਚ ਇੱਕ ਤਾਂ IIDE ਤੇ ਸੈਕੰਡ ਤੁਹਾਡਾ SATA। ਜੋ ਤੁਹਾਡੇ ਬਾਕੀ ਹੈਗੇ ਹੈ ਜਿਹੜੀ ਟਾਈਪ ਆਫ ਹਾਰਡ ਡਿਸਕ ਹੈ, that I am going to cover up in the next lecture। ਠੀਕ ਹੈ ਜੀ, ਥੈਂਕ ਯੂ।